सत श्री अकाल जी, स्वागत है। यूके का जनवरी इनटेक बिल्कुल एज ते हैं, पर हजे भी पॉसिबिलिटी हैगी है अप्लाई करन दी। जे अप्लाई करोगे कदों तक फ्लाइट चढ़ जाओगे, की फायदे ने की नुकसान ने, अज दे शो दे विच चर्चा करांगे बहुत डिटेल दे विच। सो जे यूके जान दा मन बनाया तो शो नूं एंड तक जरूर देखो। सब तो पहला मैं स्वागत करना साडे अज दे गेस्ट ब्रॉडवे इमीग्रेशन के मैनेजिंग डायरैक्टर अमरजीत सिंह कंवर, उन्होंने स्वागत है। थैंक यू दीपक जी। प्रोग्राम देख रहे सारे दोस्तों मेरे वालों सत श्री अकाल। अमरजीत जी, जिस डेट ते जिस पॉइंट ऑफ टाइम ते आपां इस वेले बैठे हाँ, जनवरी इनटेक यूके रियली पॉसीबल हैगा? देखो बिल्कुल है जे पॉसीबल हैगा जी, बट हुण ऑप्शंस बहुत घट ने। अक्टूबर ਦੇ ਵਿੱਚ ਜਦੋਂ ਐਡਮਿਸ਼ਨਸ ਦੇ ਲਾਸਟ ਡੇ ਚੱਲ ਰਹੇ ਸੀਗੇ ਉਦੋਂ ਨਾ ਕਰਦੇ ਵੀ 40-50 ਯੂਨੀਵਰਸਿਟੀਆਂ ਓਪਨ ਸੀ। ਹੁਣ ਮੇਰੇ ਖਿਆਲ ਨਾਲ 15 ਤੋਂ 20 ਤਰੀਕ ਤੱਕ ਹੀ ਸਿਰਫ ਆਪਸ਼ਨਸ ਹੈ, ਔਰ ਉਹ ਆਪਸ਼ਨਸ ਵੀ ਗਿਣਤੀ ਦੀਆਂ ਨੇ, ਮਤਲਬ ਉਂਗਲਾਂ ਤੇ ਗਿਣੀਆਂ ਜਾ ਸਕਦੀਆਂ ਨੇ। ਹਾਰਡਲੀ 3 ਤੋਂ 4 ਜਾਂ ਮੈਕਸੀਮਮ 5 ਆਪਸ਼ਨ ਨੇ ਜਿਨ੍ਹਾਂ ਦੇ ਵਿੱਚ ਬੱਚਾ ਆਪਣਾ ਪ੍ਰੋਫਾਈਲ ਫਿੱਟ ਕਰ ਸਕਦਾ 20 ਨਵੰਬਰ ਤੱਕ। ਯੈਸ, ਅਪਰੋਕਸੀਮੇਟਲੀ ਮੈਕਸੀਮਮ। ਔਰ ਮੈਂ 20 ਨਵੰਬਰ ਵੀ ਮੈਂ ਗਾਰੰਟੀ ਨਹੀਂ ਦਿੰਦਾ, ਬਿਕੋਜ਼ ਹਰ ਯੂਨੀਵਰਸਿਟੀ ਜਿੱਦਾਂ ਕਈ ਯੂਨੀਵਰਸਿਟੀਆਂ ਨੇ ਉਹ ਪ੍ਰੀ ਕਲੋਜ਼ ਕਰ ਗਈਆਂ ਨੇ, ਮਤਲਬ ਆਲਰੇਡੀ ਉਹਨਾਂ ਨੇ ਐਡਵਾਂਸ ਕਲੋਜ਼ ਕਰਤਾ ਉਹਨਾਂ ਦੀਆਂ ਸੀਟਸ ਫਿਲ ਹੋਣ ਦੇ ਕਰਕੇ। ਹਾਂ, ਲੇਕਿਨ ਇੱਕ ਬੈਨੀਫਿਟ ਹੈ ਕਿ ਜਿਹੜੀਆਂ ਯੂਨੀਵਰਸਿਟੀਆਂ ਓਪਨ ਨੇ ਉਹਨਾਂ ਦੇ ਵਿੱਚ ਬੜਾ ਵੱਡਾ ਬੈਨੀਫਿਟ ਹੈ ਕਿ ਉਹ 'ਚ ਉਹ ਪ੍ਰੋਫਾਈਲ ਫਿੱਟ ਹੋ ਸਕਦਾ ਜਿਹੜਾ ਸ਼ਾਇਦ ਕਿਤੇ ਵੀ ਫਿੱਟ ਨਹੀਂ ਹੋ ਸਕਦਾ। ਸੋ ਉੱਦਾਂ ਦੇ ਜਿਹੜੇ ਮੌਕੇ ਆ, ਖਾਸ ਕਰਕੇ ਮੈਂ ਗੱਲ ਕਰਾਂ ਮੈਂਸ਼ਨ ਕਰਾਂ ਤਾਂ ਇੱਕ ਗ੍ਰੈਜੂਏਟ ਬੱਚਾ ਜਿਹੜਾ ਹੁੰਦਾ ਹੈ ਜਿਹਨੇ ਗ੍ਰੈਜੂਏਸ਼ਨ ਕੀਤੀ ਹੈ, ਚਾਹੇ ਉਹਦਾ 10 ਸਾਲ ਦਾ ਗੈਪ ਹੈ, 12 ਸਾਲ ਦਾ ਗੈਪ ਹੈ, 15 ਸਾਲ ਦਾ ਗੈਪ ਹੈ, ਉਹ ਚੱਲ ਜਾਂਦਾ ਹੈ। ਲੇਕਿਨ ਇੰਗਲਿਸ਼ ਦੀ ਰਿਕੁਆਇਰਮੈਂਟ ਯੂਨੀਵਰਸਿਟੀਆਂ ਦੀ ਅਲੱਗ-ਅਲੱਗ ਹੁੰਦੀ ਹੈ। ਕੋਈ ਯੂਨੀਵਰਸਿਟੀ ਪਲੱਸ 2 ਦੇ ਵਿੱਚ 70% ਇੰਗਲਿਸ਼ ਸਬਜੈਕਟ 'ਤੇ ਲੱਭਦੀ ਹੈ, ਕੋਈ ਯੂਨੀਵਰਸਿਟੀ ਬੱਚੇ ਨੂੰ ਆਇਲਸ ਕਰਨ ਲਈ ਕਹਿੰਦੀ ਹੈ, ਕੋਈ ਪੀਟੀ ਕੋਈ ਡੁਲਿੰਗੋ ਕਰਨ ਲਈ ਕਹਿੰਦੀ ਹੈ। ਬਟ ਇਸ ਟਾਈਮ ਇੱਕ ਯੂਨੀਵਰਸਿਟੀ ਓਪਨ ਹੈ ਜਿਹੜੀ 15 ਤਰੀਕ ਤੱਕ ਸ਼ਾਇਦ ਓਪਨ ਹੈ ਉਹ ਵੀ, ਔਰ ਉਹਦੇ ਵਿੱਚ ਤੁਸੀਂ ਅਗਰ ਸਿਰਫ ਆਪਣੀ ਗ੍ਰੈਜੂਏਸ਼ਨ ਇੰਗਲਿਸ਼ ਮੀਡੀਅਮ ਦੇ ਵਿੱਚ ਕੀਤੀ ਹੈ, ਚਾਹੇ 5 ਸਾਲ ਪਹਿਲਾਂ, ਚਾਹੇ 7 ਸਾਲ ਪਹਿਲਾਂ, ਚਾਹੇ 8 ਸਾਲ ਪਹਿਲਾਂ, ਚਾਹੇ 10 ਸਾਲ ਪਹਿਲਾਂ, ਅਗਰ ਤੁਹਾਡਾ ਮੋਡ ਆਫ ਇੰਸਟਰਕਸ਼ਨ MOI ਉਹਨੂੰ ਇਨ ਸ਼ਾਰਟ ਕਹਿ ਦਿੰਦੇ ਹਾਂ ਟੈਕਨੀਕਲੀ ਅਸੀਂ, ਜਾਂ ਜਿਹੜੀ ਤੁਹਾਡੀ ਪੜ੍ਹਾਈ ਹੈ BTech ਹੋ ਗਈ, BSc ਹੋ ਗਈ, BCom ਹੋ ਗਈ, BBA ਹੋ ਗਈ, ਤੁਸੀਂ ਇੰਗਲਿਸ਼ ਮੀਡੀਅਮ 'ਚ ਕੀਤੀਆਂ ਨੇ, ਈਵਨ BA ਵੀ, ਤਾਂ ਤੁਸੀਂ ਡਾਇਰੈਕਟ ਐਡਮਿਸ਼ਨ ਉਸ ਯੂਨੀਵਰਸਿਟੀ 'ਚ ਲੈ ਸਕਦੇ ਹੋ। ਤੁਸੀਂ ਵਿਦ ਫੈਮਿਲੀ ਜਾ ਸਕਦੇ ਹੋ, ਯਾਨੀ ਵਿਦ ਸਪਾਊਸ ਜਾ ਸਕਦੇ ਹੋ। ਤੁਸੀਂ ਗ੍ਰੈਜੂਏਟ ਹੋਣੇ ਚਾਹੀਦੇ ਆ, ਅਬਵ 55% ਹੋਣੇ ਚਾਹੀਦੇ ਆ। ਕਿਸੇ ਦੇ 50 ਵੀ ਐਕਸੈਪਟੇਬਲ ਹੈ, ਕੇਸ ਟੂ ਕੇਸ ਥੋੜ੍ਹਾ ਮੈਟਰ ਕਰਦਾ ਹੈ। ਬਟ ਟੈਕਨੀਕਲੀ ਇਹ ਇੱਕ ਲਾਸਟ ਆਪਸ਼ਨ ਹੈ ਜਿਹੜੀ ਤਕਰੀਬਨ ਹਰ ਬੱਚੇ ਨੂੰ ਜਨਵਰੀ ਇਨਟੇਕ ਲਈ ਲਿਜਾ ਸਕਦੀ ਹੈ। ਔਰ ਜਿੱਥੇ ਜਨਵਰੀ ਇਨਟੇਕ ਦੇ ਹੁਣ ਵੀਜ਼ੇ ਵੀ ਆਉਣੇ ਸਟਾਰਟ ਹੋ ਚੁੱਕੇ ਆ ਜਿਨ੍ਹਾਂ ਨੇ ਟਾਈਮ ਸਿਰ ਅਪਲਾਈ ਕੀਤਾ ਸੀ। ਸੋ ਜੈਨ ਇਨਟੇਕ ਦੇ ਵਿੱਚ ਇਸ ਟਾਈਮ ਵੀ ਸੇਮ ਸੈਪਟੈਂਬਰ ਵਾਲਾ ਟ੍ਰੈਂਡ ਦੇਖਣ ਨੂੰ ਮਿਲ ਰਿਹਾ ਕਿ ਅੰਬੈਸੀ ਦੀਆਂ ਇੰਟਰਵਿਊਜ਼ ਤਕਰੀਬਨ ਕਹਿ ਲਈਏ ਆਪਾਂ ਨਾ ਦੇ ਬਰਾਬਰ ਚੱਲ ਰਹੀਆਂ ਨੇ। ਕਦੀ ਵੀ ਆਪਾਂ ਨਹੀਂ ਕਹਿ ਸਕਦੇ ਨਹੀਂ ਹੋਊਗੀ, ਹੋ ਕਿਸੇ ਦੀ ਵੀ ਸਕਦੀ ਹੈ, ਬਟ ਨਾ ਦੇ ਬਰਾਬਰ ਟ੍ਰੈਂਡ ਹੈ। ਸੋ ਤੁਹਾਨੂੰ ਕਿਸੇ ਤਰ੍ਹਾਂ ਦਾ ਕੋਈ ਡਾਊਟ ਆ, ਕਨਫਿਊਜ਼ਨ ਹੈ, ਤੁਸੀਂ ਸਾਡੇ ਨਾਲ ਕੰਪਲੀਟ ਪੈਕੇਜ ਦੇ ਰੂਪ 'ਚ ਅਪਲਾਈ ਕਰ ਸਕਦੇ ਹੋ। ਤੁਸੀਂ ਸਾਰੀ ਪੇਮੈਂਟ ਜਿਹੜੀ ਆ ਉਹ ਜਾਂ ਸਾਰਾ ਪੈਸਾ ਜਿਹੜਾ ਆ ਉਹ ਵੀਜ਼ਾ ਆਉਣ ਤੋਂ ਬਾਅਦ ਦੇ ਸਕਦੇ ਹੋ। ਮੈਨੂੰ ਥੋੜਾ ਜਿਹਾ ਪ੍ਰੋਸੈਸ ਸਮਝਾਓ, ਕਿਉਂਕਿ ਸਮਾਂ ਬਹੁਤ ਘੱਟ ਹੈ। ਇੰਨੇ ਸ਼ਾਰਟ ਟਾਈਮ 'ਚ 15 ਤਰੀਕ ਤੁਸੀਂ ਦੱਸੀ ਹੈ, ਤੁਹਾਡੇ ਕੋਲ ਸਟੂਡੈਂਟ ਆਉਂਦਾ ਹੈ, ਕਿੰਨੀ ਕੁ ਤਰੀਕ ਤੱਕ ਆ ਜਾਵੇ ਕਿ ਤੁਸੀਂ ਕੇਸ ਫੜੋਗੇ, ਫਿਰ ਉਸ ਤੋਂ ਬਾਅਦ ਕਿਹੜੀਆਂ ਚੀਜ਼ਾਂ ਲੈ ਕੇ ਆਵੇ, ਕਿੰਨੀ ਕੁ ਦੇਰ 'ਚ ਪ੍ਰੋਸੈਸਿੰਗ ਹੋ ਜੂਗੀ? ਦੇਖੋ ਬਹੁਤ ਲਿਮਿਟਿਡ ਟਾਈਮ ਹੈ, ਇਹ ਸਟੂਡੈਂਟ ਨੂੰ ਸਮਝਣਾ ਪਊਗਾ। ਇਹ ਸਾਡੇ ਵੱਲੋਂ ਕੀਤਾ ਹੋਇਆ ਪ੍ਰੋਬਲਮ ਨਹੀਂ ਗੀ, ਇਹ ਯੂਨੀਵਰਸਿਟੀ ਦਾ ਇੱਕ ਪ੍ਰੋਸੀਜਰ ਹੈ। ਉਸ ਤੋਂ ਬਾਅਦ ਇਸ ਯੂਨੀਵਰਸਿਟੀ ਦਾ ਇਨਟੇਕ ਅੱਗੇ ਕਿਦੋਂ ਖੁੱਲੂਗਾ ਇਹ ਜੇ ਕੋਈ ਕਨਫਰਮਡ ਨਹੀਂਗਾ। ਮੋਸਟ ਲਾਈਕਲੀ ਸ਼ਾਇਦ ਸੈਪਟੈਂਬਰ ਤੋਂ ਪਹਿਲਾਂ ਕੋਈ ਇਨਟੇਕ ਨਾ ਆਵੇ। ਸੋ ਇੱਕ ਤਰ੍ਹਾਂ ਦਾ ਲਾਸਟ ਚਾਂਸ ਹੋਊਗਾ। ਬਾਕੀ ਜਿੰਨੀ ਯੂਨੀਵਰਸਿਟੀਆਂ ਵੀ ਤੁਹਾਨੂੰ ਇਸ ਤੋਂ ਬਾਅਦ ਰਿਕਰੂਟ ਕਰਨਗੀਆਂ ਉਹ ਸਾਰੀਆਂ ਤੁਹਾਡੇ ਕੋਲ 70% ਇੰਗਲਿਸ਼, ਆਈਲੈਟਸ, PT, ਡੁਲਿੰਗੋ ਕੁਝ ਨਾ ਕੁਝ ਜ਼ਰੂਰ ਡਿਮਾਂਡ ਕਰਨਗੀਆਂ। ਸੋ ਸਭ ਤੋਂ ਪਹਿਲਾ ਬੈਨੀਫਿਟ ਤੁਹਾਡਾ ਆ ਹੋ ਗਿਆ। ਸੈਕੰਡਲੀ ਪ੍ਰੋਸੈਸ, ਤੁਸੀਂ ਸਾਡੀ ਟੀਮ ਨੂੰ ਮਿਲਣਾ, ਆਪਣੇ ਖਰਚੇ ਵਗੈਰਾ ਸਾਰੇ ਸਮਝ ਲਓ ਧਿਆਨ ਦੇ ਨਾਲ, ਕੀ ਕਾਸਟ ਹੋਣੀ ਹੈ, ਕੀ ਖਰਚਾ ਆ ਜਾਣਾ। ਉਸ ਤੋਂ ਬਾਅਦ ਤੁਸੀਂ ਟੀਮ ਦੇ ਨਾਲ ਆਪਣੀ ਐਪਲੀਕੇਸ਼ਨ ਨੂੰ ਚਲਾ ਲਓ। ਡਾਕੂਮੈਂਟਸ ਦੀ ਗੱਲ ਕਰੀਏ ਜਿਹੜੇ ਸਾਨੂੰ ਚਾਹੀਦੇ ਆ ਜ਼ਰੂਰੀ, 10ਵੀਂ 12ਵੀਂ ਔਰ ਗ੍ਰੈਜੂਏਸ਼ਨ ਦਾ ਸਰਟੀਫਿਕੇਟ। ਅਗਰ ਤੁਹਾਡੇ ਕੋਈ ਐਕਸਪੀਰੀਅੰਸ ਆ ਤਾਂ ਉਹਦਾ ਐਕਸਪੀਰੀਅੰਸ ਦਾ ਸਰਟੀਫਿਕੇਟ ਜਦੋਂ ਗੈਪ ਵਗੈਰਾ ਹੁੰਦੇ ਨੇ ਬੱਚਿਆਂ ਦੇ, ਔਰ ਇੱਕ ਸਰਟੀਫਿਕੇਟ ਤੁਹਾਡੇ ਕਾਲਜ ਤੋਂ ਜਿੱਥੋਂ ਤੁਸੀਂ ਪੜ੍ਹਾਈ ਖਤਮ ਕੀਤੀ ਹੈ ਕਿ ਜਿਹੜੀ ਤੁਹਾਡੀ ਪੜ੍ਹਾਈ ਹੈ ਉਹ ਇੰਗਲਿਸ਼ ਮੀਡੀਅਮ 'ਚ ਹੋਈ ਹੈ, ਮਤਲਬ ਜਿਹੜੀ ਗ੍ਰੈਜੂਏਸ਼ਨ ਹੈ ਉਹ ਮੀਡੀਅਮ ਮੋਡ ਆਫ ਇੰਸਟਰਕਸ਼ਨ ਉਹਦਾ ਇੰਗਲਿਸ਼ ਸੀਗਾ। ਇਹਦਾ ਇੱਕ ਸਰਟੀਫਿਕੇਟ ਤੁਹਾਡੇ ਕਾਲਜ ਔਰ ਯੂਨੀਵਰਸਿਟੀ ਤੋਂ ਇਸ਼ੂ ਹੁੰਦਾ। ਸੋ ਉਹ ਇੱਕ ਸਰਟੀਫਿਕੇਟ ਔਰ LOR ਦੇ 2 ਕਾਗਜ਼।
ਇੰਨੇ ਕੀ ਕਾਗਜ਼ ਸਾਨੂੰ ਚਾਹੀਦੇ ਆ। ਅਗਰ ਇਹ ਕਾਗਜ਼ ਤੁਸੀਂ ਮੈਕਸਿਮਮ ਤੁਹਾਨੂੰ ਇੱਕ ਦਿਨ 'ਚ ਮਿਲ ਜਾਂਦੇ ਆ, ਕਾਲਜਿਸ ਤੋਂ ਸੇਮ ਡੇ ਮਿਲ ਜਾਂਦੇ ਆ। ਸੋ ਜੇ ਤੁਸੀਂ ਟਾਈਮ ਨਾਲ ਪ੍ਰੋਸੈਸ ਸ਼ੁਰੂ ਕਰੋਗੇ ਤਾਂ 15-20 ਤਰੀਕ ਦੇ ਵਿੱਚ ਤੁਸੀਂ ਕਿਤੇ ਨਾ ਕਿਤੇ ਆਪਸ਼ਨਸ ਫੜ ਲਓਗੇ। ਜੇ ਕੋਈ ਡਾਕੂਮੈਂਟ ਘੱਟ ਆ ਤਾਂ ਵੀ ਤੁਸੀਂ ਪ੍ਰੋਸੀਡ ਕਰ ਲਓ। ਉਹਦੇ ਨਾਲ ਕੀ ਹੋਊਗਾ ਕਿ ਆਪਾਂ ਐਂਡ ਡੇਟ ਤੋਂ ਪਹਿਲਾਂ ਐਟਲੀਸਟ ਆਪਣੀ ਐਪਲੀਕੇਸ਼ਨ ਭੇਜ ਦਾਂਗੇ, ਭਾਵੇਂ ਇਨਕੰਪਲੀਟ ਜਾਊਗੀ। ਇਨਕੰਪਲੀਟ ਵੀ ਗਈ ਤਾਂ ਆਪਾਂ ਡੇਟ 'ਚ ਆ ਗਏ, ਫਿਰ ਉਹਨੂੰ ਆਪਾਂ ਬਾਅਦ 'ਚ ਕੰਪਲੀਟ ਕਰ ਸਕਦੇ ਹਾਂ। ਬਟ ਜੇ ਆਪਣੀ ਐਪਲੀਕੇਸ਼ਨ ਜਾ ਹੀ ਨਾ ਸਕੀ ਦੈਨ ਫਿਰ ਆਪਾਂ ਇਸ ਇਨਟੇਕ ਨੂੰ ਮਿਸ ਕਰ ਜਾਵਾਂਗੇ। ਸੋ ਇੰਪੋਰਟੈਂਟ ਆਇਆ ਸਮੇਂ ਦੀ ਵੈਲਿਊ ਨੂੰ ਕਰਨਾ। ਜੀ, ਸੋ ਫਿਲਹਾਲ ਤੁਸੀਂ ਕਹਿ ਰਹੇ ਹੋ ਕਿ ਜਿਨ੍ਹਾਂ ਦਾ ਇੰਗਲਿਸ਼ ਮੀਡੀਅਮ ਹੈ ਉਹੀ ਇਹ ਰਿਸਕ ਲੈਣ, ਜਾਂ ਦੂਜਿਆਂ ਵਾਸਤੇ ਵੀ ਆਪਸ਼ਨ ਨਹੀਂ, ਦੂਸਰਿਆਂ ਲਈ ਫਿਰ ਦੂਸਰੀਆਂ ਯੂਨੀਵਰਸਿਟੀਆਂ ਹੈ ਜਿਨ੍ਹਾਂ ਦੇ ਵਿੱਚ 70% ਫਿਰ +2 ਇੰਗਲਿਸ਼ ਦੇਖਿਆ ਜਾਊਗਾ, ਆਈਲੈਟਸ ਦੇਖਿਆ ਜਾਊਗਾ, ਜਾਂ ਟੌਫਲ ਜਾਂ ਡੁਲਿੰਗੋ ਇੱਦਾਂ ਦੇ ਕੁਝ ਕਰਨੇ ਪੈਣਗੇ। ਬਟ ਇਹਦੇ ਵਿੱਚ ਤੁਸੀਂ ਸਿੱਧਾ ਹੀ ਬਿਨਾਂ ਕਿਸੇ ਰੁਕੇ ਚਲੇ ਜਾਂਦੇ ਹੋ, ਫਿਰ ਯੂਨੀਵਰਸਿਟੀ ਵੱਲੋਂ ਕੋਈ ਇੰਟਰਵਿਊ ਨਹੀਂ ਗਾ, ਮਤਲਬ ਫਿਰ ਸਿੱਧਾ ਹੀ ਕਾਸ ਲੈਟਰ ਆਪਣਾ ਹੋ ਜਾਣਾ ਔਰ ਕੇਸ ਨੇ ਬਿਨਾਂ ਰੁਕੇ ਜਿਹੜਾ ਅੱਗੇ ਚੱਲਣਾ। ਦਸੰਬਰ ਤੱਕ ਵੀਜ਼ਾ ਤੁਹਾਡੇ ਹੱਥ 'ਚ ਹੋਊਗਾ ਜੇ ਤੁਹਾਡੇ ਕੋਲ ਫੰਡ ਪੁਰਾਣੇ ਆ, ਨਹੀਂ ਤਾਂ ਫੰਡ ਪੁਰਾਣੇ ਵੀ ਕਰ ਲਾਂਗੇ ਤੇ ਜਨਵਰੀ ਸਟਾਰਟਿੰਗ 'ਚ ਆਪਾਂ ਵੀਜ਼ਾ ਸਿਕਿਉਰਡ ਕਰ ਲਾਂਗੇ। ਸੋ ਆ ਤੁਹਾਡੇ ਜਿਹੜਾ ਫਾਸਟ ਚੱਲਣ ਵਾਲਾ ਇਹ ਚੀਜ਼ ਹੋ ਸਕਦੀ ਹੈ। +2 ਸਟੂਡੈਂਟ ਵਾਲਿਆਂ ਲਈ ਵੀ ਇੱਕ ਬੜੀ ਸ਼ਾਨਦਾਰ ਆਪਸ਼ਨ ਹੈ। +2 ਸਟੂਡੈਂਟ ਜੇ ਤੁਹਾਡੇ ਕੋਲ +2 ਪਿਛਲੇ 3 ਸਾਲ 'ਚ ਕੀਤੀ ਹੋਈ ਹੈ ਜਾਂ 4 ਸਾਲ 'ਚ ਵੀ ਕੀਤੀ ਹੈ, ਤੁਹਾਡੇ ਕੋਲ ਓਵਰਆਲ 65% ਹੈਗੇ ਆ, 70% ਤੁਹਾਡੇ ਕੋਲ +2 ਇੰਗਲਿਸ਼ 'ਚ ਹੈ, ਤਾਂ ਤੁਸੀਂ ਬਿਨਾਂ ਯੂਨੀਵਰਸਿਟੀ ਇੰਟਰਵਿਊ ਤੋਂ ਸਿੱਧਾ ਆਪਣਾ ਐਡਮਿਸ਼ਨ ਕਾਸ ਲੈਟਰ ਲੈ ਸਕਦੇ ਹੋ, ਅੰਬੈਸੀ 'ਚ ਆਪਣੀ ਫਾਈਲ ਭੇਜ ਸਕਦੇ ਹੋ। ਅੰਬੈਸੀ ਦੇ ਇੰਟਰਵਿਊ ਆਲਰੇਡੀ 10% ਦੇ ਬਰਾਬਰ ਹੋ ਰਿਹਾ, ਸੋ ਇੱਕ ਤਰ੍ਹਾਂ ਕਹਿ ਲਈਏ ਕਿ ਸਿੱਧਾ ਵੀਜ਼ਾ ਰਹੂਗਾ ਜੇ ਆਪਾਂ ਸਮੇਂ ਨੂੰ ਸਹੀ ਤਰ੍ਹਾਂ ਪ੍ਰੋਸੈਸ ਕਰ ਲਾਂਗੇ। ਬਿਨਾਂ ਯੂਨੀਵਰਸਿਟੀ ਇੰਟਰਵਿਊ ਤਕਰੀਬਨ ਸ਼ੋਰ ਹੀ ਹੈ ਵੀ ਨਹੀਂ ਆਏਗਾ। ਦੇਖੋ, ਇਹ ਯੂਨੀਵਰਸਿਟੀਆਂ ਦੇ ਪਾਲਿਸੀਜ਼ ਹੁੰਦੀਆਂ। ਪ੍ਰੈਜ਼ੈਂਟ ਜੋ ਪਾਲਿਸੀ ਚੱਲ ਰਹੀ ਹੈ, ਯੈਸ, ਜਿਹੜੀ ਪ੍ਰੈਜ਼ੈਂਟ ਰਿਕਰੂਟਮੈਂਟ ਹੋ ਰਹੀ ਹੈ, ਜਿਹਦੇ ਹੁਣ ਕਾਸ ਵੀ ਆਉਣੇ ਸ਼ੁਰੂ ਹੋ ਗਏ ਆ, ਉਹ ਬਿਨਾਂ ਇੰਟਰਵਿਊ ਹੀ ਹੈ। ਸੋ 99% ਇੱਕਦਮ ਐਂਡ 'ਚ ਚੇਂਜ ਨਹੀਂ ਹੁੰਦੀ। ਹੁਣ ਕੋਈ ਉਹਨਾਂ ਨੇ ਚੇਂਜ ਕਰਨੀਆਂ ਹੋਣਗੀਆਂ ਅਗਲੇ ਇਨਟੇਕਸ ਲਈ ਭਾਵੇਂ ਕਰ ਲੈਣ, ਬਟ ਇਹ ਜਿਹੜੀਆਂ ਯੂਨੀਵਰਸਿਟੀਜ਼ ਅਸੀਂ ਤੁਹਾਨੂੰ ਦੇ ਰਹੇ ਹਾਂ ਉਹ ਦੇ ਸਕਦੇ ਹਾਂ ਜਿਨ੍ਹਾਂ ਦੇ ਵਿੱਚ ਬਿਨਾਂ ਇੰਟਰਵਿਊ ਤੋਂ ਤੁਸੀਂ ਪ੍ਰੋਸੈਸ ਕਰ ਸਕਦੇ ਹੋ। ਬਿਨਾਂ ਇੰਟਰਵਿਊ ਤੋਂ ਫਾਇਦਾ ਆ ਹੁੰਦਾ। ਦੁਬਾਰਾ ਸਮਝਾ ਦਿਓ, ਬਿਨਾਂ ਇੰਟਰਵਿਊ ਵਾਲੀ ਜਿਹੜੀ ਆਪਸ਼ਨ ਹੈ ਉਹ ਕਿਹੜੇ ਸਟੂਡੈਂਟਸ ਲੈ ਸਕਦੇ? ਕੀ ਚਾਹੀਦਾ ਉਹਨਾਂ ਨੂੰ? ਗ੍ਰੈਜੂਏਟ ਸਟੂਡੈਂਟ ਵੀ ਲੈ ਸਕਦੇ ਆ, +2 ਵੀ ਲੈ ਸਕਦੇ ਆ। ਦੋਨਾਂ ਦੀਆਂ ਅਲੱਗ-ਅਲੱਗ ਯੂਨੀਵਰਸਿਟੀਜ਼ ਨੇ। ਗ੍ਰੈਜੂਏਸ਼ਨ ਵਾਲੇ ਨੂੰ 55% ਦੀ ਗ੍ਰੈਜੂਏਸ਼ਨ ਚਾਹੀਦੀ ਹੈ, +2 ਵਾਲੇ ਨੂੰ 70% ਇੰਗਲਿਸ਼ ਚਾਹੀਦੀ ਹੈ। ਔਰ ਯੂਨੀਵਰਸਿਟੀ ਦਾ ਇੰਟਰਵਿਊ ਨਾ ਹੋਣ ਦਾ ਫਾਇਦਾ ਹੁੰਦਾ ਕਿ ਪ੍ਰੋਸੈਸ ਫਾਸਟ ਚੱਲਦਾ। ਆਫਰ ਲੈਟਰ ਆਉਂਦੀ ਹੈ, ਫੀਸ ਟ੍ਰਾਂਸਫਰ ਹੁੰਦੀ ਹੈ, ਕਾਸ ਲੈਟਰ ਆ ਜਾਂਦਾ ਹੈ, ਜੌਬ ਡਨ। ਜਿਹੜੀਆਂ ਯੂਨੀਵਰਸਿਟੀਆਂ 'ਚ ਇੰਟਰਵਿਊ ਹੁੰਦਾ ਉਹ ਨਾ ਕਰਦੇ ਆਪਣੇ 15 ਤੋਂ 20 ਦਿਨ ਖਰਾਬ ਹੁੰਦੇ ਆ। ਬਟ ਫਿਰ ਵੀ ਅਸੀਂ ਉਹੀ ਸਟੂਡੈਂਟ ਲੈਣਾ ਹੈ ਜਿਹੜਾ ਇੰਟਰਵਿਊ ਦੀ ਪ੍ਰੈਪਰੇਸ਼ਨ ਕਰ ਸਕਦਾ ਹੈ। ਸਾਡੀ ਆਦਤ ਨਹੀਂ ਕਿ ਹਰ ਕਿਸੇ ਨੂੰ ਹਾਂ ਕਹਿ ਦੇਣੀ ਸਿਰਫ ਆਪਣੇ ਲਾਲਚ ਲਈ ਜਾਂ 2 ਪੈਸੇ ਦੇ ਉਹਦੇ ਲਈ। ਅਸੀਂ ਕਿਸੇ ਦਾ ਕੋਈ ਨੁਕਸਾਨ ਨਹੀਂ ਕਰਨਾ ਚਾਹੁੰਦੇ। ਸੋ ਡੈਫੀਨੇਟਲੀ ਐਮਬੈਸੀ ਦਾ ਇੰਟਰਵਿਊ ਕਿਸੇ ਦਾ ਵੀ ਆ ਸਕਦਾ ਜਾਂ ਬੱਚੇ ਨੇ ਉੱਥੇ ਵੀ ਜਾ ਕੇ ਪੜ੍ਹਨਾ, ਸੋ ਉਹਦੇ ਕੋਈ ਇੰਗਲਿਸ਼ ਹੋਣੀ ਚਾਹੀਦੀ ਹੈ ਘੱਟੋ ਘੱਟ। ਅਸੀਂ ਉਹਨੂੰ ਇੰਟਰਵਿਊ ਲਾਈਕ ਉਹਨੂੰ ਫੀਲ ਕਰਾਂਗੇ ਕਿ ਅਸੀਂ ਉਹਨੂੰ ਤਿਆਰ ਕਰਾ ਸਕਦੇ ਹਾਂ, ਤਾਂ ਫਿਰ ਹੀ ਉਹਦੇ ਕੇਸ ਤੇ ਵਰਕਆਊਟ ਕੀਤਾ ਜਾਊਗਾ। ਸੋ ਸਪਾਊਸ ਵਾਲੇ ਵੀ ਅਟੈਂਪਟ ਕਰਨ ਇੰਨੇ ਸ਼ਾਰਟ ਸਪੈਨ 'ਚ? ਦੇਖੋ, ਸਪਾਊਸ ਵਾਲਿਆਂ ਲਈ ਤਾਂ ਸਰ ਅਪਰਚੁਨਿਟੀ ਹੈ, ਕਿਉਂਕਿ ਜਾਣਾ ਪਹਿਲਾਂ ਸਟੂਡੈਂਟ ਨੇ ਆ। ਸਪਾਊਸ ਨਾਲ ਜਾ ਸਕਦਾ ਹੈ ਜਾਂ ਬਾਅਦ 'ਚ ਜਾ ਸਕਦਾ ਹੈ, ਡਿਪੈਂਡ ਹੈ ਬੱਚੇ ਦਾ ਪ੍ਰੋਫਾਈਲ ਕਿੱਦਾਂ ਦਾ। ਔਰ ਮੇਰੇ ਖਿਆਲ ਨਾਲ ਸਪਾਊਸ ਵਾਲਿਆਂ ਲਈ ਤਾਂ ਸਭ ਤੋਂ ਵੱਡੀ ਅਪਰਚੁਨਿਟੀ ਹੋਊਗੀ ਜਿਹੜੇ ਲੋਕ ਹਜੇ ਵੀ ਮੰਨ ਲਓ ਮੈਰਿਡ ਵੀ ਨੇ, ਬੱਚਿਆਂ ਨਾਲ ਵੀ ਨੇ, ਔਰ 5-5, 10-10, 15-15 ਹਜ਼ਾਰ ਦੀਆਂ ਜੌਬ ਦੇ ਵਿੱਚ ਉਹਨਾਂ ਦੇ ਕਰੀਅਰ ਜਿਹੜੇ ਆ ਉਹ ਸਟਕ ਹੋਏ ਪਏ ਆ, ਉਹ ਆਪਣੇ ਆਪ ਨੂੰ ਕਿਸੇ ਪਾਸੇ ਨਹੀਂ ਲਿਜਾ ਪਾ ਰਹੇ। ਤਾਂ ਮੇਰੇ ਖਿਆਲ ਨਾਲ UK ਉਹਨਾਂ ਲਈ ਇੱਕ ਇੰਨਾ ਵੱਡੀ ਅਪਰਚੁਨਿਟੀ ਬਣ ਕੇ ਆਈ ਹੈ ਕਿ ਜਿੱਥੋਂ ਆਪਣੀ ਜ਼ਿੰਦਗੀ ਨੂੰ ਇੱਕ ਨਵੀਂ ਉਡਾਨ ਦੇ ਸਕਦੇ ਆ, ਇੱਕ ਨਵੇਂ ਡੈਸਟੀਨੇਸ਼ਨ ਤੇ ਜਾ ਕੇ ਇੱਕ ਨਵੇਂ ਸਿਰੇ ਤੋਂ ਆਪਣਾ ਨਵਾਂ ਕਰੀਅਰ ਸਟਾਰਟ ਕਰ ਸਕਦੇ ਆ, ਜਿੱਥੇ ਡੈਫੀਨੇਟਲੀ ਇੱਥੇ ਦੇ 15-20 ਹਜ਼ਾਰ ਨਾਲੋਂ ਤਾਂ ਕਿਤੇ ਵਧੀਆ ਮੌਕੇ ਹੋਣਗੇ ਲਾਈਫ 'ਚ। ਜੀ, ਸੋ UK ਦਾ ਜਿਨ੍ਹਾਂ ਦਾ ਮਨ ਬਣ ਰਿਹਾ, ਥੋੜ੍ਹਾ ਜਿਹਾ UK ਬਾਰੇ ਵੀ ਉਹਨਾਂ ਨੂੰ ਦੱਸੋ, UK ਦੇ ਪ੍ਰੈਜ਼ੈਂਟ ਸਿਨਾਰੀਓ ਬਾਰੇ ਵੀ ਦੱਸੋ, ਤੇ ਇਹ ਵੀ ਦੱਸੋ ਜਿਨ੍ਹਾਂ ਨੂੰ ਤੁਸੀਂ UK ਭੇਜਿਆ ਬਾਅਦ 'ਚ ਗੱਲਬਾਤ ਹੁੰਦੀ ਹੈ। ਡੈਫੀਨੇਟਲੀ ਸਰ, ਸਟੂਡੈਂਟ ਦਾ ਇੱਦਾਂ ਦੀ ਚੀਜ਼ ਹੈ ਕਿ ਇੱਕ ਸਟੂਡੈਂਟ ਜਦੋਂ ਜਾਂਦਾ ਹੈ ਉਹ ਆਪਣੀ ਲਾਈਫ 'ਚ ਨਾ ਕਰਦੇ ਸਾਨੂੰ 10 ਤੋਂ 15 ਰੈਫਰੈਂਸ ਦਿੰਦਾ ਹੈ। ਸੋ ਸਟੂਡੈਂਟ ਦੇ ਆਊਟ ਆਫ ਟੱਚ ਹੋਣ ਦਾ ਤਾਂ ਕੋਈ ਮਤਲਬ ਨਹੀਂ ਗਾ। ਈਵਨ ਜਦੋਂ ਸਟੂਡੈਂਟ ਸਾਡੇ ਕੋਲੋਂ ਫਲਾਈ ਕਰਦਾ ਤਾਂ ਮੈਂ ਉਦੋਂ ਵੀ ਉਹਨੂੰ ਆਪਣਾ ਪਰਸਨਲ ਨੰਬਰ ਦੇ ਕੇ ਭੇਜਦਾ ਕਿ ਬਈ ਤੈਨੂੰ ਕੋਈ ਵੀ ਪ੍ਰੋਬਲਮ 에ਅਰਪੋਰਟ ਤੇ ਆਉਂਦੀ ਹੈ ਜਾਂ ਉੱਥੇ ਜਾ ਕੇ ਵੀ ਤੈਨੂੰ ਕੋਈ ਸਿਸਟਮ 'ਚ ਕੋਈ ਇਸ਼ੂ ਆਉਂਦਾ ਹੈ, ਤੇਰੇ ਯੂਨੀਵਰਸਿਟੀ ਦੇ ਇਨਰੋਲਮੈਂਟ 'ਚ ਕੋਈ ਵੀ ਇਸ਼ੂ ਆਉਂਦਾ ਹੈ, ਤਾਂ ਤੁਸੀਂ ਮੈਨੂੰ ਡਾਇਰੈਕਟਲੀ ਕੰਟੈਕਟ ਕਰ ਸਕਦੇ ਹੋ। ਸਟਾਫ ਹੈ, ਕਿਸੇ ਟਾਈਮ ਹੋ ਸਕਦਾ ਤੁਹਾਨੂੰ ਰਿਸਪੌਂਸ ਨਾ ਕਰੇ ਜਾਂ ਕੁਝ ਵੀ ਹੈ, ਬਟ ਮੈਂ ਡਾਇਰੈਕਟ ਆਪਣਾ ਕੰਟੈਕਟ ਪੁਆਇੰਟ ਦੇ ਕੇ ਭੇਜਦਾ। ਔਰ ਐਸੇ ਕਰਕੇ ਮੈਂ ਦੇਖਦਾ ਵੀ ਹਾਂ ਬਾਅਦ 'ਚ ਫਿਰ ਸਟੂਡੈਂਟ ਲਗਾਤਾਰ ਮੇਰੇ ਫਰੈਂਡ ਨੇ ਆਉਣਾ ਜੀ, ਮੇਰੇ ਰਿਸ਼ਤੇਦਾਰ ਨੇ ਆਉਣਾ। ਸੋ ਸਟੂਡੈਂਟ ਤਾਂ ਸਾਡੇ ਲਈ ਇੱਕ ਪ੍ਰੋਪਰਟੀ ਹੈ ਉੱਥੇ ਜਾਣ ਤੋਂ ਬਾਅਦ ਵੀ। ਸੋ ਡੈਫੀਨੇਟਲੀ ਬ੍ਰੌਡਵੇ ਉਹਦੇ ਨਾਲ ਇੱਥੇ ਵੀ ਖੜੀ ਰਹਿੰਦੀ ਹੈ ਔਰ ਉੱਥੇ ਵੀ ਖੜੀ ਰਹਿੰਦੀ ਹੈ।
ਸੋ ਖੁਸ਼ ਹੁੰਦੇ ਆ ਸਟੂਡੈਂਟ ਹਾਲ ਦੀ ਘੜੀ ਉੱਥੇ ਜਾ ਕੇ, ਕਿੱਦਾਂ ਦੀ ਉਹਨੂੰ ਸਟਾਰਟਿੰਗ ਤੇ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਪੈਂਦਾ? ਦੇਖੋ ਬਹੁਤ ਵਧੀਆ ਸਿਸਟਮ ਹੈ ਇਸ ਟਾਈਮ ਯੂਕੇ ਦੇ ਵਿੱਚ ਜੌਬਸ ਨੂੰ ਲੈ ਕੇ। ਤਾਂ ਸਪੈਸੀਫਿਕਲੀ ਤੁਸੀਂ, ਮੈਂ ਨਹੀਂ ਕਹਿੰਦਾ ਕਿ ਮੇਰਾ ਸ਼ੋਅ ਸੁਣੋ ਜਾਂ ਮੇਰੇ ਮੂੰਹੋਂ ਤੁਸੀਂ ਕਹੋ, ਮੈਂ ਕਹੂੰਗਾ ਤੁਹਾਨੂੰ ਤੁਸੀਂ ਫੇਸਬੁੱਕ ਤੇ ਜਾਓ, ਇੰਸਟਾਗ੍ਰਾਮ ਤੇ ਜਾਓ, ਜਿਹੜੇ ਸਟੂਡੈਂਟ ਉੱਥੇ ਪਹੁੰਚ ਚੁੱਕੇ ਆ, ਭਾਵੇਂ ਕਿਸੇ ਵੀ ਏਜੰਟ ਕੋਲੋਂ ਪਹੁੰਚ ਚੁੱਕੇ ਆ, ਤੁਸੀਂ ਉਹਦੇ ਕੋਲੋਂ ਫੀਡਬੈਕ ਪੁੱਛੋ ਬਈ ਯੂਕੇ ਆਉਣਾ ਚਾਹੀਦਾ ਜਾਂ ਨਹੀਂ ਆਉਣਾ ਚਾਹੀਦਾ, ਕੀ ਫਾਇਦਾ ਕੀ ਨੁਕਸਾਨ ਹੈ। ਮੈਨੂੰ ਨਹੀਂ ਲੱਗਦਾ ਉਹ ਤੁਹਾਨੂੰ ਇੱਕ ਵੀ ਨੁਕਸਾਨ ਉਹਦਾ ਦੱਸੂਗਾ, ਆਲਮੋਸਟ ਜਿੰਨਾ ਦੱਸੂਗਾ ਉਹ ਫਾਇਦਾ ਹੀ ਦੱਸੂਗਾ। ਸੋ ਹਰ ਪ੍ਰੋਸਪੈਕਟਿਵ ਤੋਂ ਵਧੀਆ, ਜੌਬਸ ਦੇ ਪੁਆਇੰਟ ਤੋਂ ਵਧੀਆ, PR ਦੀਆਂ ਪੋਸੀਬਿਲਿਟੀਜ਼ ਹੁਣ ਪੂਰੀਆਂ ਖੁੱਲ੍ਹ ਕੇ ਨੇ। ਹੁਣ ਇੱਕ ਹੋਰ ਨਵਾਂ ਵੀਜ਼ਾ ਉਹ ਲਾਂਚ ਕਰਨ ਜਾ ਰਹੇ ਨੇ, ਸਕੇਲ ਅਪ ਵੀਜ਼ਾ। ਸਕੇਲ ਅਪ ਵੀਜ਼ਾ ਦੇ ਵਿੱਚ ਜਿਹਦੇ ਕੋਲ 33,000 ਪਾਉਂਡ ਦੀ ਜੌਬ ਹੋਊਗੀ, ਉਹਨੂੰ ਸਿੱਧਾ ਜਿਹੜਾ ਆ ਕੁਝ ਬਹੁਤ ਘੱਟ ਸਮੇਂ ਦੇ ਵਿੱਚ ਜਿਹੜਾ PR ਹੈ ਪੁਆਇੰਟ ਬੇਸ ਤੇ ਉਹਨੂੰ ਇਸ਼ੂ ਕਰ ਦਿੱਤਾ ਜਾਊਗਾ। ਪ੍ਰੈਜ਼ੈਂਟ ਜਿਹੜਾ ਹੈਗਾ ਟਾਇਰ 2 ਵਾਲੀ ਕੈਟਾਗਰੀ ਹੈ ਔਰ ਸਕਿਲਡ ਵਰਕਰ ਕੈਟਾਗਰੀ ਵੀਜ਼ਾ, ਉਹਦੇ ਵਿੱਚ 5 ਸਾਲ ਦਾ ਪ੍ਰੋਸੈਸ ਹੈ। ਔਰ ਆ ਜਿਹੜਾ ਸਕੇਲਡ ਅਪ ਵੀਜ਼ਾ ਹੈ ਨੈਕਸਟ ਈਅਰ 2022 ਤੋਂ ਸ਼ੁਰੂ ਹੋਣਾ ਹੈ ਵੀਜ਼ਾ, ਹਜੇ ਸ਼ੁਰੂ ਨਹੀਂ ਹੋਇਆ, ਹਜੇ ਸਿਰਫ ਪਾਰਲੀਮੈਂਟ 'ਚ ਪ੍ਰਪੋਜ਼ ਹੋਇਆ। ਬਟ ਇਹਦੇ ਵਿੱਚ ਉਹ ਜਿਹੜਾ ਪੀਰੀਅਡ ਹੈ ਬੰਦੇ ਦੇ PR ਦਾ, ਉਹਨੂੰ ਬਿਲਕੁਲ ਸ਼ਰਿੰਕ ਕਰ ਦਿੱਤਾ ਜਾਊਗਾ, ਕਿਉਂਕਿ ਇਹਦੇ 'ਚ 33,000 ਪਾਉਂਡ ਦੀ ਜੌਬ ਚਾਹੀਦੀ ਹੈ, ਕਿਉਂਕਿ ਉਹਦੇ 'ਚ 26 ਚਾਹੀਦੀ ਸੀ ਜਾਂ 18,000 ਚਾਹੀਦੀ ਸੀ, ਇਹਦੇ 'ਚ 33,000 ਪਾਉਂਡ ਚਾਹੀਦੀ ਹੈ। ਮਤਲਬ ਡੈਫੀਨੇਟਲੀ ਉਹ ਜਿਹੜਾ ਬੰਦਾ ਹੋਊਗਾ ਉਹ ਹਾਈਲੀ ਸਕਿਲਡ ਹੋਊਗਾ, ਜਿਹਨੂੰ ਕੋਈ ਵੀ ਕੰਪਨੀ ਆਰਗੇਨਾਈਜੇਸ਼ਨ ਇੰਨੀ ਸੈਲਰੀ ਉਹਦੇ ਅਕਾਊਂਟ 'ਚ ਪਾਊਗੀ, ਤਾਂ ਉਹਦੇ ਵਿੱਚ ਫਿਰ ਉਹਦੇ ਜਿਹੜਾ PR ਦਾ ਪ੍ਰੋਸੈਸ ਹੈ ਉਹਨੂੰ ਬਹੁਤ ਛੋਟਾ ਕੀਤਾ ਜਾ ਰਿਹਾ। ਸੋ ਬਹੁਤ ਤਰੀਕੇ ਨਾਲ ਯੂਕੇ ਜਿਹੜਾ ਜੀ ਉਹ ਬੱਚਿਆਂ ਨੂੰ ਅਟਰੈਕਟ ਕਰ ਰਿਹਾ। PSW 2-2 ਸਾਲ ਦੇ ਸੀਗੇ, ਪਹਿਲਾਂ ਲੋਕਾਂ ਨੂੰ ਇਹੀ ਵਹਿਮ ਹੁੰਦਾ ਸੀ ਕਿ ਅਸੀਂ ਜਾਵਾਂਗੇ, ਪਤਾ ਨਹੀਂ PSW ਵਰਕ ਵੀਜ਼ਾ ਮਿਲੂਗਾ ਨਹੀਂ ਮਿਲੂਗਾ, ਬਟ ਉਹ ਵੀ ਵਹਿਮ ਇਸ ਸਾਲ ਉਹਨਾਂ ਦੇ ਨਿਕਲ ਗਿਆ, ਕਿਉਂਕਿ ਬੱਚਿਆਂ ਨੂੰ ਜੂਨ ਮਹੀਨੇ ਤੋਂ ਜਿਹੜੇ PSW ਮਿਲਣੇ ਸ਼ੁਰੂ ਹੋ ਗਏ, ਜਿਹੜੇ ਬੱਚੇ ਪਹਿਲਾਂ ਦੇ ਪਾਸ ਆਊਟ ਹੈ। ਸੋ ਉਹ ਵੀ ਇੱਕ ਝਾਕਾ ਜਿਹੜਾ ਸੀਗਾ ਉਹ ਖਤਮ ਹੋ ਗਿਆ। ਹੁਣ ਨੈਕਸਟ ਹੋਰ 1 ਸਾਲ ਦੇ ਵਿੱਚ ਬੱਚਿਆਂ ਕੋਲ ਹੁਣ ਵਰਕ ਪਰਮਿਟ ਦਿਖਣ ਲੱਗ ਜਾਣਗੇ ਸਕਿਲਡ ਵਰਕਰ ਵੀਜ਼ਾ ਕੈਟਾਗਰੀ ਦੇ, ਤਾਂ ਉਹਦੇ ਨਾਲ ਜਿਹੜਾ ਹੋਰ ਵੀ ਕਿਸੇ ਨੂੰ ਜੇ ਕੋਈ ਵਹਿਮ ਹੈ ਜਾਂ ਸ਼ੰਕਾ ਹੈ ਮਨ ਦੇ ਵਿੱਚ, ਤਾਂ ਉਹ ਦੂਰ ਹੋਣ ਲੱਗ ਜੂਗੀ। ਯੂਕੇ ਦੀ ਇੱਕ ਹੀ ਕੰਡੀਸ਼ਨ ਹੈ, ਅਗਰ ਤੁਸੀਂ ਉੱਥੇ ਸੈਟਲ ਹੋਣਾ ਚਾਹੁੰਦੇ ਹੋ, ਸਭ ਤੋਂ ਇੰਪੋਰਟੈਂਟ ਜਿਹੜੀ ਕੰਡੀਸ਼ਨ ਹੈ ਜੀ ਉਹ ਹੈਗੀ ਹੈ ਤੁਹਾਡੀ ਪੜ੍ਹਾਈ ਦਾ ਖਤਮ ਹੋਣਾ, ਮਤਲਬ ਤੁਹਾਡੀ ਐਜੂਕੇਸ਼ਨ ਦਾ ਕੰਪਲੀਟ ਹੋਣਾ। ਅਗਰ ਤੁਸੀਂ ਆਪਣੀ ਐਜੂਕੇਸ਼ਨ ਨੂੰ ਕੰਪਲੀਟ ਕਰ ਰਹੇ ਹੋ ਤਾਂ ਡੈਫੀਨੇਟਲੀ ਤੁਸੀਂ PR ਦੇ ਰਸਤੇ ਵੱਲ ਜਿੰਨੀਆਂ ਪੌੜੀਆਂ ਜਾਂਦੀਆਂ ਨੇ ਉਹ ਸਾਰੀਆਂ ਚੜ੍ਹ ਸਕੋਗੇ ਬੜੇ ਆਰਾਮ ਨਾਲ। ਕਈ ਸਟੂਡੈਂਟ ਉੱਥੇ ਯੂਨੀਵਰਸਿਟੀ ਛੱਡ ਵੀ ਦਿੰਦੇ ਨੇ, ਗਲਤੀ ਕਰਦੇ ਨੇ, ਉਹਨਾਂ ਨੂੰ ਕੀ ਕਹੋਗੇ? ਦੇਖੋ ਜੀ, ਪੜ੍ਹਾਈ ਕਦੀ ਵੀ ਤੁਸੀਂ ਉੱਥੇ ਅੱਧ 'ਚ ਛੱਡੋਗੇ, ਮੈਂ ਇਹ ਸਿਰਫ ਯੂਕੇ ਨਹੀਂ, ਇਹ ਤੁਸੀਂ ਕੈਨੇਡਾ ਵੀ ਕਰਕੇ ਦੇਖੋ, ਤੁਸੀਂ ਆਸਟ੍ਰੇਲੀਆ ਵੀ ਕਰਕੇ ਦੇਖੋ, ਤੁਸੀਂ US ਵੀ ਕਰਕੇ ਦੇਖੋ, ਉਸ ਤੋਂ ਬਾਅਦ ਜ਼ਿੰਦਗੀ ਤੁਹਾਡੀ ਤਬਾਹ ਹੈ। ਬਹੁਤ ਘੱਟ ਚਾਂਸ ਹੈ ਕਿ ਤੁਸੀਂ ਇਹਨਾਂ 'ਚੋਂ ਕਿਸੇ ਵੀ ਕੰਟਰੀ 'ਚ ਕਦੀ ਵੀ ਸੈਟਲਮੈਂਟ ਲੈ ਸਕਦੇ ਆ ਬਿਨਾਂ ਪੜ੍ਹਾਈ ਨੂੰ ਕੰਪਲੀਟ ਕੀਤੇ। ਸੋ ਪੜ੍ਹਾਈ ਨੂੰ ਕੰਪਲੀਟ ਕਰਨਾ ਤੇ ਅਲਟੀਮੇਟਲੀ ਤੁਹਾਡੀ ਮਜਬੂਰੀ ਰਹੂਗੀ ਔਰ ਉਹਦਾ ਫਾਇਦਾ ਹੀ ਹੈ ਜ਼ਿੰਦਗੀ 'ਚ, ਨੁਕਸਾਨ ਤਾਂ ਕੋਈ ਨਹੀਂ। ਤੁਸੀਂ ਜਿੰਨਾ ਕਰੋਗੇ ਉਹਨਾਂ ਅੱਗੇ ਵੀ ਤਾਂ ਵਧੋਗੇ। ਸੋ ਪਰ ਜੇ ਤੁਸੀਂ ਪੜ੍ਹਾਈ ਕਿਸੇ ਵੀ ਕੰਟਰੀ 'ਚ ਛੱਡਦੇ ਹੋ ਤਾਂ ਫਿਰ ਸਟੂਡੈਂਟ ਦੇ ਲਈ ਉੱਥੇ ਅੱਗੇ ਸੈਟਲ ਹੋਣ ਦੇ ਰਸਤੇ ਜਿਹੜੇ ਆ ਉਹ ਨਾ ਦੇ ਬਰਾਬਰ ਹੋ ਜਾਂਦੇ ਆ। ਸੋ ਸਟੂਡੈਂਟਸ, ਇਨਕਮ ਤੇ PR ਨੂੰ ਲੈ ਕੇ ਵੀ ਮੈਨੂੰ ਪਤਾ ਹਜੇ ਵੀ ਤੁਹਾਡੇ ਮਨ ਦੇ ਵਿੱਚ ਯੂਕੇ ਦੇ ਕਈ ਸਾਰੇ ਸਵਾਲ ਨੇ। ਸੋ ਅਮਰਜੀਤ ਜੀ ਤੋਂ ਇਹ ਦੋਨੋਂ ਐਸਪੈਕਟ ਵੀ ਡਿਟੇਲ 'ਚ ਸਮਝਾਂਗੇ। ਅਮਰਜੀਤ ਜੀ, ਸਟਾਰਟਿੰਗ 'ਚ ਇਨਕਮ ਬਹੁਤ ਇੰਪੋਰਟੈਂਟ ਹੁੰਦੀ ਹੈ ਜਦੋਂ ਸਟੂਡੈਂਟ ਜਾਂਦਾ, ਉਹਨੂੰ ਥੋੜ੍ਹਾ ਜਿਹਾ ਸਟੂਡੈਂਟ ਨੂੰ ਡਿਟੇਲ ਦੇ ਵਿੱਚ ਸਮਝਾਓ ਕਿੱਦਾਂ ਦੀਆਂ ਉੱਥੇ ਜੌਬਸ ਮਿਲਦੀਆਂ ਨੇ, ਕਿੰਨੀ ਕੁ ਉਹਨਾਂ ਨੂੰ ਅਰਨਿੰਗ ਹੋ ਜਾਂਦੀ ਹੈ, ਕਿੰਨਾ ਕੁ ਉਹਨਾਂ ਦਾ ਖਰਚਾ ਹੋ ਜਾਂਦਾ ਹੈ। ਦੇਖੋ, ਅਗਰ ਆਪਾਂ 2 ਤਰ੍ਹਾਂ ਦੇ ਸਟੂਡੈਂਟਸ ਆ, ਇੱਕੋ ਆ ਜਿਹੜੇ ਮਾਸਟਰਸ ਲਈ ਜਾ ਰਹੇ ਆ ਔਰ ਇੱਕੋ ਸਟੂਡੈਂਟ ਨੇ ਜਿਹੜੇ ਗ੍ਰੈਜੂਏਸ਼ਨ ਲਈ ਜਾ ਰਹੇ ਨੇ। ਸੋ ਇਹ ਆਪਣੇ ਖਰਚਿਆਂ ਨੂੰ ਕਿੱਦਾਂ ਮੀਟ ਕਰ ਸਕਦੇ ਆ। ਮਾਸਟਰਸ ਵਾਲੇ ਨੂੰ ਜ਼ਿਆਦਾ ਟੈਨਸ਼ਨ ਲੈਣ ਦੀ ਲੋੜ ਨਹੀਂਗੀ, ਕਿਉਂਕਿ ਉਹ ਤਕਰੀਬਨ 6 ਮਹੀਨੇ ਤੋਂ 1 ਸਾਲ ਦੀ ਫੀਸ ਹਰ ਬੱਚਾ ਇੰਡੀਆ ਤੋਂ ਦੇ ਕੇ ਜਾਂਦਾ ਆ। ਉਸ ਤੋਂ ਬਾਅਦ ਦੀ ਜਿਹੜੀ ਫੀਸ ਸਟਰਕਚਰ ਰਹਿ ਗਿਆ ਬੱਚੇ ਦਾ, ਉਹਦੇ ਲਈ ਤਾਂ ਉਹਨੂੰ ਇੱਕ ਤਾਂ ਪੂਰਾ ਸਾਲ ਵੀ ਮਿਲ ਗਿਆ ਕਮਾਉਣ ਲਈ, ਜੇ ਉਹ ਨਾ ਵੀ ਕਮਾ ਸਕੇ ਉਹ ਕਿਤੋਂ ਘਰਦਿਆਂ ਤੋਂ ਵੀ ਫੜ ਕੇ ਦਿੰਦਾ, ਕੁਝ ਵੀ ਦਿੰਦਾ, ਤੇ ਉਹਦਾ ਸਾਲ ਬਾਅਦ PSW ਹੈ ਜਿਹੜਾ ਕਿ ਫੁੱਲ ਟਾਈਮ ਵਰਕ ਪਰਮਿਟ ਹੈ। ਸੋ ਉਹਨੂੰ ਉਹ ਖਰਚਾ ਕੱਢਣਾ ਕਿਤੇ ਵੀ ਨਹੀਂ ਦੁਖਣਾ। ਸੋ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਹੋਊਗੀ। ਅਰਨਿੰਗ ਦੇ ਪ੍ਰਸਪੈਕਟਿਵ ਤੋਂ ਗੱਲ ਕਰ ਲਈਏ ਤੇ ਗਵਰਨਮੈਂਟ ਦਾ ਰੇਟ ਜਿਹੜਾ ਜੀ ਉਸ ਤਕਰੀਬਨ 8.5 ਪਾਉਂਡ ਪਰ ਆਵਰ ਆ ਇੱਕ ਬੇਸਿਕ ਜੌਬ ਦਾ, ਕਿ ਆਪਾਂ ਮੈਕਡੋਨਲਡਸ ਜਾਂ ਸਬਵੇ ਵਰਗੀ ਜਗ੍ਹਾ ਤੇ ਵੀ ਜੌਬ ਕਰਦੇ ਹਾਂ ਉਹਦਾ। ਲੇਕਿਨ ਉਸ ਤੋਂ ਇਲਾਵਾ ਹੁਣ ਤੁਹਾਨੂੰ ਜੌਬਸ ਕਿੱਦਾਂ ਦੀਆਂ ਮਿਲਦੀਆਂ ਨੇ ਉਹਦੇ ਹਿਸਾਬ ਨਾਲ ਬਹੁਤ ਫਰਕ ਪੈਂਦਾ। ਜਿੱਦਾਂ ਅੱਜ ਕੱਲ੍ਹ ਔਨਲਾਈਨ ਸਿਸਟਮ ਬਹੁਤ ਚੱਲ ਪਏ, ਸੋ ਡਿਲੀਵਰੀ ਦੇ ਵਿੱਚ ਬਹੁਤ ਸਾਰੇ ਬੱਚੇ ਅੱਛੀ ਇਨਕਮ ਕਰ ਰਹੇ ਨੇ ਡਿਲੀਵਰੀਜ਼ ਦੇ, ਚਾਹੇ ਫੂਡ ਦੀ ਡਿਲੀਵਰੀ ਹੈ ਔਰ ਚਾਹੇ ਅਦਰ ਡਿਲੀਵਰੀਜ਼ ਨੇ। ਸੋ ਉਹਦੇ ਵਿੱਚ ਬਹੁਤ ਵਧੀਆ ਉੱਥੇ ਇਨਕਮ ਚੱਲ ਰਹੀ ਹੈ ਬੱਚਿਆਂ ਦੀ। ਉਸ ਤੋਂ ਇਲਾਵਾ ਸਿਕਿਉਰਿਟੀ ਦੀਆਂ ਜੌਬਸ ਨੇ ਜਾਂ ਵੇਅਰ ਹਾਊਸ ਦੀਆਂ ਜੌਬਸ ਨੇ ਜਿਹੜੇ ਤੁਸੀਂ ਡਿਊਰਿੰਗ ਸਟੱਡੀ ਪਾਰਟ ਟਾਈਮ ਕਰਦੇ ਹੋ। ਜਦੋਂ ਤੁਸੀਂ ਪ੍ਰੋਫੈਸ਼ਨਲ ਸਕੇਲ 'ਚ ਆ ਜਾਂਦੇ ਹੋ ਫਿਰ ਤਾਂ ਡੈਫੀਨੇਟਲੀ ਤੁਹਾਡੇ ਕੋਲ ਜਿਹੜੀਆਂ ਕਰੀਅਰ ਅਪਰਚੁਨਿਟੀਜ਼ ਹੈ ਉਹ ਕਿਤੇ ਹਾਈ ਚਲੇ ਜਾਂਦੀਆਂ। ਬਟ ਇੱਕ ਲੇਬਰ ਜੌਬ ਦੇ ਵਿੱਚ ਵੀ ਅਗਰ ਤੁਸੀਂ ਹਿਸਾਬ ਕਿਤਾਬ ਕੱਢੋਗੇ ਇਨਕਮ ਦਾ, ਖਰਚ ਦਾ,
तो एक बच्चा जिहड़ा आ वो ऑलमोस्ट अपने खर्चिਆਂ ਨੂੰ भी आराम नाल मीट करता है और किते ना किते अपनी फीस का काफ़ी वड्डा हिस्सा वो कवर कर सकता है। हुण जिहड़ा +2 वाला स्टूडेंट है उन्होंने थोड़ा दिमाग जरूर लाउण दी लोड़ है, उन्होंने भेड़ चाल च नहीं फसन की लोड़ है। यदी प्रॉब्लम बहुत वड्डी है +2 वाले बच्चे की। कारण की है कि ज़्यादातर एजेंट्स कोल सिर्फ सस्ती फीस के चक्करां च फस जाता है या जिहड़ा वीज़ा प्रॉमिस करता वो कोल फसदा है। बट यह बच्चे लिए पढ़ाई नूं कंप्लीट करना 3 साल दीयां फीसां भरनियां वो किद्दां पॉसीबल है, वो किद्दां पॉसीबल है। उहदे लई अगर तुसीं डिग्री प्रोग्राम ऐसा लवो जिहदे विच 1 साल दा वर्क परमिट होवे। बहुत सारे डिग्री प्रोग्राम्स यूके च मिलते हैं इदां दे जिन्हां दे विच 2 साल पढ़ाई हुंदी है, फिर 1 साल दा वर्क परमिट हुंदा है, फिर तुहाडी जिहड़ी चौथे साल दी पढ़ाई हुंदी है और उस तो बाद फिर तुसीं PSW लैंदे हो। वो जिहड़ा 1 साल तुहानूं विच एक्सट्रा मिल जांदा है, उहदे नाल तुसीं अपनी फीस दे वाधे घाटे जिहड़े है वो फुल टाइम कम करके एडजस्ट कर दिंदे आ। सो यूके तुहानूं हर प्रोस्पैक्टिव जो तुसीं चाहुंदे आ जिंदगी चो तुहानूं दिंदा है, बट उहनूं वरतण दी समझ किसे किसे बच्चे नूं आ पांदी है, किसे बच्चे नूं इह गाइडेंस ही नहीं दिंदा। कंसलटेंट का मकसद सिर्फ तुहाडा वीज़ा लवाउणा, अपने पैसे लैण तक रह जांदा जो साडा नहीं रहिंदा। इसलिए मैं यूट्यूब चैनल भी रन करदा डेडिकेटेडली। वो यूट्यूब चैनल है साडा ब्रॉडवे स्टडी वीज़ा टिप, जिहदे उत्ते असीं रैगूलर जिहड़ा मैं अपडेट आ वो इन्हां चीज़ां नूं लैके पाउंदा रहिंदा कि तुहानूं यूनीवर्सिटियां वल्लों कित्थे पैसे बच सकदे आ, किद्दां तुसीं वधिया मौके जिंदगी च लै सकदे हो, की तुसीं यूके च कमा सकदे हो, की खर्च कर सकदे हो, की सेव कर सकदे हो। सेम इज़ इन कैनेडा ऑल्सो। सो यह जिहड़े प्रोस्पैक्टिव है या फ्लाइट्स नूं लैके या हर छोटा मोटा अपडेट जिहड़ा आउंदा है वो हर इन्फॉर्मेशन मैं बच्चों तक ऐसे लिए फ्लोट करता रहना कि जरूरी नहीं गा कि तुसी वीज़ा ब्रॉडवे तो लिया या किसी होर कोलों लिया, वो बाद की गल है, वो तुहाडी चॉइस है, तुहाडी डील है, तुहाडे कई चीज़ां तुसी देखनियां अपनियां। बट इंपॉर्टेंट की है भी जो तुसी डिसीजन ले लिया तुसी उत्थे चले गए तो उस कंट्री नूं लैके वाधे घाटे तुहाडी पूरी जिंदगी नूं इफैक्ट करनगे। सो मेरा मकसद है वो वाधे घाटिआं नूं तुहाडे नाल शेयर करते रहना ताकि तुसी ज़्यादा नॉलेज रह सको। जी PR भी एक बहुत बड़ा एस्पैक्ट है, किते ना किते यूके हुण लिबरल हो रहा वा, PR एक लिबरल PR वाल वध रहा। हाल की घड़ी की सिचुएशन देखो PR नूं लैके अज की डेट च यूके च गल करिए तो हजे आपां किसी भी स्टूडेंट नूं PR लैते हुए नहीं देख सकते क्योंकि हजे यूके ने खुले 2 साल होए हैं। सो जिहड़ा सिचुएशन है PR प्रैक्टिकली देखना चाहुंदे आ अखीं आपां तो उन्होंने डेफिनेटली हजे 5 साल का समा तो किसी भी स्टूडेंट को लगूगा। 2 साल PSW तो रहूगा, हजे 1 साल पढ़ाई करूगा, फिर अपने 5 साल वर्क परमिट दे लऊगा, उस तो बाद जाके वो PR वाल होगा। बट PR रहूगा नहीं इस बार जिद्दां दा सिस्टम है। हुण कोई प्राइवेट कॉलेजां वाला कल्चर नहीं हैगा, कोई डिप्लोमे वाला कल्चर नहीं हैगा, कोई लेबर क्लास बच्चों वाला रिक्रूटमेंट नहीं हैगी। बड़ी सोफिस्टिकेटेड तरीके नाल रिक्रूटमेंट हुंदी है, 4-5 महीने का कंप्लीट प्रोसैस हो जाता है। अच्छी यूनीवर्सिटी दे विच जाके दाखला लैके एडमिशन तक पहुँचना, वीज़े तक पहुँचना। सो पढ़ाई भी हुण कंप्लीट करनी कंपलसरी हो चुकी है स्टूडेंट की। पहला स्टूडेंट ब्लैक लिस्ट भी हो जाते सी या पढ़ते नहीं सी, उदां ही डिप्लोमे बना लेंदे सी कॉलेजां नूं पैसे दे के। हुण वो कागज़ कितों नहीं बनने उत्थे पैसे दे के। सो हुण डिग्रियां खत्म करनियां पैणियां। सो डेफिनेटली अगर तुसीं डिग्री खत्म कीती है तो अगे जिंदगी च वाधू मौके तुहानूं मिलने आ। बट जे तुसीं डिग्री नहीं खत्म कीती तो फिर तुसीं अपने आप नूं उत्थे गिण सकदे हो तुसीं ब्लैक लिस्ट हो गए या इलीगल हो गए, जिहड़ी देसी भाषा आप वरतदे आ। पर सही तरीका यही है कि अगर PR लैनी है अपनी क्वालिफिकेशन कंप्लीट करो और करियर फोकस होके जाओ, फिर अपना उस विच ही जॉब्स लभण की कोशिश करो। जॉब्स जरूर मिलणगियां। इस टाइम यूरोप के बाहर निकलण दे नाल जिहड़ा सिनारियो है पूरी तरह चेंज है यूके दे विच। सो लेबर शॉर्टेज बहुत हाई लैवल ते है, तां ही वो अलग अलग वीज़ा कैटेगरीज बना रहे हैं, वर्क परमिट दियां बना रहे हैं, जिहदे च ज़्यादा तो ज़्यादा जिहड़ा स्टूडेंट है वो एडजस्ट हो सके, उन्होंने एक सिस्टमैटिक रूट दिता जा सके जिहदा वो फायदा लै सके और उहदे चों अपनी सैटलमेंट कढ सके। अमरजीत जी अपने स्टूडेंट तुसीं भी मनते हो कि कई बारी इमीडिएट बैनीफिट देखते हैं, लॉन्ग टर्म दीयां गल्लां वो नहीं मनते, वो देखते हैं माउथ पब्लिसिटी ते ज़्यादा चलते हैं। मैनूं ये दसो तुसीं अपने एक्सपर्ट एक्सपीरियंस नाल दसो 3 तो 5 साल बाद यूके नूं कित्थे देखदे हो? सर यूके नूं मैं नंबर 2 डेस्टिनेशन देखूंगा। नंबर 1 मैं नहीं कहता क्योंकि कैनेडा का PR सिस्टम बहुत ज़्यादा फास्ट है। 3-4 साल चो बच्चा उत्थे सैटलमेंट लै लैंदा है। सो कैनेडा नूं भी अगले कई साल आपां हजे टुटदे हुए नहीं देखांगे या उत्थों बच्चों नूं मूँह मारदे नहीं देखांगे। बट डेफिनेटली यूके एक सैकेंड ऑप्शन बच्चों लिए बनूगा क्योंकि पहला यूके नूं सिर्फ ਆਪਾਂ सोचते होंगे सी पैसे लिए बंदे जा रहे हैं उत्थे या वो पैसे लिए बंदे बुला रहे हैं। पर अज की डेट चो लिटरली उन्हों की भी सिचुएशन किते ना किते बंदियां वाली होई जाती है कि उन्होंने भी स्किल्ड लोग चाहिए। हाँ बट फर्क इन्ना है कि उन्होंने स्किल्ड चाहिए, लेबर्ड नहीं चाहिए।
ਸੋ ਜੇ ਤੁਸੀਂ ਲੇਬਰ ਕਰਨ ਦੀ ਮਨਸ਼ਾ ਨਾਲ ਜਾ ਰਹੇ ਹੋ ਤਾਂ ਸ਼ਾਇਦ ਤੁਸੀਂ ਖਰਾਬ ਹੋਵੋਗੇ ਉੱਥੇ, ਬਟ ਅਗਰ ਤੁਸੀਂ ਇੱਕ ਅੱਛੇ ਸਕਿਲਡ ਪਰਸਨ, ਸਕਿਲਡ ਕਹਿਣ ਤੋਂ ਭਾਵ ਕੋਈ ਵੀ ਗੁਣ ਹੋਵੇ ਤੁਹਾਡੇ ਕੋਲ, ਈਵਨ ਉੱਥੇ ਤਾਂ ਡਰਾਈਵਰਸ ਦੀ ਪਿੱਛੇ ਜੇ ਇੰਨੀ ਸ਼ਾਰਟੇਜ ਹੋ ਗਈ ਸੀ ਟਰੱਕ ਡਰਾਈਵਰਸ ਦੀ ਕਿ ਉਹਦੇ ਕਰਕੇ ਪੈਟਰੋਲ ਪੰਪਾਂ 'ਤੇ ਲਾਈਨਾਂ ਲੱਗੀਆਂ ਸੀ। ਸੋ ਸਕਿਲਡ ਹੋਣੇ ਚਾਹੀਦੇ ਆ ਤੁਸੀਂ ਕਿਸੇ ਵੀ ਕਿੱਤੇ ਦੇ ਵਿੱਚ। ਜੇ ਤੁਸੀਂ ਸਕਿਲਡ ਹੈ ਜਾਂ ਆਪਣੇ ਆਪ ਨੂੰ ਜਾ ਕੇ ਸਕਿਲਡ ਬਣਾ ਲੈਂਦੇ ਆ ਡਿਊਰਿੰਗ ਯੋਰ ਸਟੱਡੀ ਪੀਰੀਅਡ, ਦੈਨ PSW ਦਾ ਵੀ ਤੁਹਾਨੂੰ ਟਾਈਮ ਮਿਲਣਾ। ਸੋ ਇਸ ਤਰ੍ਹਾਂ ਕਿਤੇ ਵੀ ਤੁਸੀਂ ਆਪਣੇ ਆਪ ਨੂੰ ਸਕਿਲਡ ਬਣਾ ਲਓਗੇ ਤਾਂ UK 'ਚ ਤੁਹਾਡਾ ਸਾਰਾ ਕੁਝ ਪੋਸੀਬਲ ਹੈ ਔਰ ਆਉਣ ਵਾਲੇ 5 ਸਾਲ ਦੇ ਵਿੱਚ ਇਹ ਤੁਹਾਨੂੰ ਆਮ ਦਿਖੂਗਾ ਔਰ ਸੈਟਲਮੈਂਟਸ ਤੁਹਾਨੂੰ UK 'ਚ ਬਹੁਤ ਜ਼ਿਆਦੀਆਂ ਦਿਖਣਗੀਆਂ, ਇਹਦੇ 'ਚ ਕੋਈ ਦੋ ਰਾਏ ਨਹੀਂ। ਔਰ ਨੰਬਰ 2 ਡੈਸਟੀਨੇਸ਼ਨ ਬਣੂਗਾ ਆਸਟ੍ਰੇਲੀਆ ਨੂੰ ਵੀ UK ਬਹੁਤ ਵਧੂਗਾ ਬਿਲਕੁਲ, ਔਰ ਆਸਟ੍ਰੇਲੀਆ ਨੂੰ ਵੀ UK ਪਛਾੜੂਗਾ। ਇਹ ਆਪਾਂ ਲਗਾਤਾਰ ਹੁਣ ਵੀਜ਼ਾਸ ਦੇ ਟ੍ਰੈਂਡ 'ਚ ਦੇਖਾਂਗੇ ਔਰ ਬਹੁਤ ਸ਼ਾਨਦਾਰ ਤਰੀਕੇ ਨਾਲ ਜਿਹੜਾ ਸੈਟਲਮੈਂਟ ਨੂੰ ਲੈ ਕੇ ਵੀ ਵਹਿਮ ਹੈ ਬੱਚਿਆਂ ਦੇ ਮਨ 'ਚ, ਉਹ ਵੀ ਆਉਣ ਵਾਲੇ ਦਿਨਾਂ 'ਚ ਦੂਰ ਹੁੰਦਾ ਦਿਖੂਗਾ। ਸੋ ਫਰੈਂਡਸ ਬਹੁਤ ਇੰਪੋਰਟੈਂਟ ਹੈ 3 ਤੋਂ 5 ਸਾਲ ਦੇ ਵਿੱਚ ਅਮਰਜੀਤ ਜੀ ਕਹਿ ਰਹੇ ਨੇ UK ਨੰਬਰ 2 ਡੈਸਟੀਨੇਸ਼ਨ ਤੇ ਪਹੁੰਚ ਜੂਗਾ। ਬਹੁਤ ਜ਼ਿਆਦਾ ਸਟੂਡੈਂਟ ਪੰਜਾਬ 'ਚੋਂ UK ਟਰੈਵਲ ਕਰਨਗੇ। ਜਿਹੜੇ ਸਟੂਡੈਂਟ ਹਜੇ +2 ਤੋਂ ਇਲਾਵਾ +1 'ਚ ਨੇ ਜਾਂ 10ਵੀਂ 'ਚ ਨੇ, ਉਹਨਾਂ ਨੂੰ ਕੀ ਮੈਸੇਜ ਦੋਗੇ, ਕੀ ਤਿਆਰੀ ਰੱਖਣ, ਕਿਹੜੀਆਂ ਗੱਲਾਂ ਦਾ ਹੁਣੇ ਤੋਂ ਧਿਆਨ ਰੱਖਣ? ਇਸ ਟਾਈਮ ਜੋ UK ਦੀ ਰਿਕਰੂਟਮੈਂਟ ਪਾਲਿਸੀ ਆ ਬਹੁਤ ਰਿਲੈਕਸ ਹੈ। ਜੋ ਆਪਾਂ ਦੇਖਦੇ ਹਾਂ ਕਿ +2 'ਚ ਇੰਗਲਿਸ਼ 'ਚ 70% ਹੈ, ਤੁਸੀਂ ਤਾਂ ਵੀ ਅਸੈਪਟੇਬਲ ਹੈ। ਤੁਹਾਡੀ ਗ੍ਰੈਜੂਏਸ਼ਨ ਕੱਲੀ ਇੰਗਲਿਸ਼ ਮੀਡੀਅਮ 'ਚ ਹੋਈ ਹੈ, ਤੁਸੀਂ MOI ਦੇ ਬੇਸ ਤੇ ਅਸੈਪਟੇਬਲ ਹੈ। ਬਟ ਜਿੱਦਾਂ ਜਿੱਦਾਂ ਹੁਣ ਕਰੇਜ਼ ਵਧੀ ਜਾ ਰਿਹਾ, ਦਿਨੋਂ ਦਿਨ UK ਲਈ ਬਹੁਤ ਜ਼ਿਆਦਾ ਕਰੇਜ਼ ਵੱਧ ਰਿਹਾ। ਸਾਡੇ ਵੀ ਆਫਿਸਿਸ ਅਸੀਂ ਲਗਾਤਾਰ ਵਧਾ ਰਹੇ ਹਾਂ, ਇਸੇ ਲਈ ਵਧਾ ਰਹੇ ਹਾਂ ਕਿਉਂਕਿ ਕੰਮ ਵੱਧ ਰਹੇ ਨੇ। ਸੋ ਹੁਣ ਅਸੀਂ ਪਟਿਆਲੇ ਵੀ ਆਫਿਸ ਪਾਉਣ ਜਾ ਰਹੇ ਹਾਂ, ਗੁਰਦਾਸਪੁਰ ਆਉਣ ਵਾਲੇ ਦਿਨਾਂ 'ਚ ਆਫਿਸ ਆ ਰਿਹਾ, ਹੁਸ਼ਿਆਰਪੁਰ ਨਵਾਂ ਆਫਿਸ ਆ ਰਿਹਾ। ਸੋ ਇਹੀ ਚੀਜ਼ ਹੁਣ ਜਿਹੜੀ ਹੈ, ਜਿੱਦਾਂ ਜਿੱਦਾਂ UK ਦਾ ਸਟੂਡੈਂਟ ਵਧਣਾ ਤਾਂ ਜਿੱਦਾਂ ਜਿੱਦਾਂ ਸਟੂਡੈਂਟ ਵਧੂਗਾ ਜੀ ਉੱਦਾਂ ਉੱਦਾਂ ਸਖਤਾਈ ਵੀ ਵਧੂਗੀ। ਸੋ ਆਉਣ ਵਾਲੇ ਇਨਟੇਕਸ ਜਿਹੜੇ ਹੋਣਗੇ ਕਿਤੇ ਨਾ ਕਿਤੇ ਉਹਨਾਂ 'ਚ ਆਈਲੈਟਸ ਦੀਆਂ ਰਿਕੁਆਇਰਮੈਂਟਾਂ ਐਡ ਹੋ ਸਕਦੀਆਂ ਨੇ, ਉਹਨਾਂ ਦੇ ਵਿੱਚ ਇੰਗਲਿਸ਼ ਦੇ ਸਕੋਰ ਦੀ ਰਿਕੁਆਇਰਮੈਂਟ ਵੱਧ ਸਕਦੀ ਹੈ, ਉਹਦੇ 'ਚ ਬੇਸਿਕ ਪਰਸੈਂਟੇਜ ਦੀ ਰਿਕੁਆਇਰਮੈਂਟ ਵੱਧ ਸਕਦੀ ਹੈ। ਸੋ ਆਉਣ ਵਾਲੇ ਇਨਟੇਕਸ ਦੇ ਵਿੱਚ ਇਹ ਆਸ਼ੰਕਾ ਰਹੂਗੀ ਕਿਉਂਕਿ UK ਹਜੇ ਪੂਰੀ ਤਰ੍ਹਾਂ ਰਿਕਰੂਟਮੈਂਟ ਦੇ ਐਂਡ ਤੋਂ ਸਟੇਬਲ ਨਹੀਂਗਾ। ਹਰ ਯੂਨੀਵਰਸਿਟੀ ਦੀ ਰਿਕਰੂਟਮੈਂਟ ਪਾਲਿਸੀ ਅਲੱਗ ਹੈ। ਫਿਰ ਕਿਸੇ ਇਨਟੇਕ 'ਚ ਕੋਈ ਪਾਲਿਸੀ ਹੁੰਦੀ ਹੈ, ਉਸੇ ਯੂਨੀਵਰਸਿਟੀ ਦੇ ਅਗਲੇ ਇਨਟੇਕ 'ਚ ਥੋੜੀ ਹੋਰ ਇੱਕ ਸਟੈਪ ਟਫ ਹੋ ਜਾਂਦੀ ਹੈ, ਫਿਰ ਹੋਰ ਇੱਕ ਸਟੈਪ ਟਫ ਹੋ ਜਾਂਦੀ ਹੈ। ਸੋ ਕਿਤੇ ਨਾ ਕਿਤੇ UK ਐਸ ਸਟੇਜਿਸ ਨੂੰ ਟਫ ਕਰਦਾ ਹੋਇਆ, ਮਾਰਕੀਟ 'ਚ ਆਪਣੀ ਸਪੇਸ ਬਣਾਉਂਦਾ ਹੋਇਆ, ਉਹ ਇਸ ਲੈਵਲ ਤੇ ਜਾਊਗਾ ਕਿ ਜਿੱਥੇ ਉਹ ਬੱਚਿਆਂ ਨੂੰ ਸ਼ਾਇਦ ਆਈਲੈਟਸ ਕਰਨ ਤੇ ਮਜਬੂਰ ਕਰ ਦੇ। ਮੈਂ ਅੱਜ ਨਹੀਂ ਕਹਿੰਦਾ ਕਿ ਜਨਵਰੀ ਇਨਟੇਕ, ਮੈਂ ਵੀ ਨਹੀਂ ਕਹਿੰਦਾ ਹਜੇ ਸਤੰਬਰ ਇਨਟੇਕ, ਬਟ ਕਿਤੇ ਨਾ ਕਿਤੇ ਉਸ ਤੋਂ ਅਗਲੇ ਸਪਟੈਂਬਰ ਇਨਟੇਕ ਤੱਕ ਕਾਫੀ ਚੀਜ਼ਾਂ ਜਿਹੜੀਆਂ ਨੇ ਰਿਕੁਆਇਰਮੈਂਟਸ ਨੂੰ ਲੈ ਕੇ ਚੈਲੰਜਿੰਗ ਹੁੰਦੀਆਂ ਰਹਿਣਗੀਆਂ। ਸੋ ਜਿਹੜੇ ਬੱਚੇ ਆ ਸਾਲ 1.5 ਸਾਲ ਦਾ ਫਾਇਦਾ ਚੱਕ ਲੈਣਗੇ, ਜਿੱਦਾਂ ਇਹਨਾਂ ਤੋਂ ਪਹਿਲਾਂ ਵਾਲੇ ਬੱਚੇ ਜਿਹੜੇ ਆ ਉਹ ਬਹੁਤ ਹੀ ਰਿਲੈਕਸਡ ਸਿਸਟਮ ਦੇ ਵਿੱਚ ਚਲੇ ਗਏ। ਸੋ ਉਹ ਜਿਹੜਾ ਸਮਾਂ ਹੈ ਜੀ ਤੁਹਾਡੇ ਕੋਲ ਹੈਗਾ, ਜੇ ਇਹਦਾ ਤੁਸੀਂ ਸਹੀ ਯੂਜ਼ ਕਰ ਲਓਗੇ ਤਾਂ ਜ਼ਿੰਦਗੀ ਕਿਤੇ ਹੋਰ ਪਹੁੰਚ ਸਕਦੀ ਹੈ। ਅਮਰਜੀਤ ਜੀ ਲਾਸਟ ਦੇ ਵਿੱਚ ਤੁਸੀਂ ਕਿਹਾ ਆਫਿਸ ਵਧਾ ਰਹੇ ਹੋ, ਨਵੇਂ ਆਫਿਸ ਖੁੱਲ ਰਹੇ ਨੇ, ਪੰਜਾਬ ਦੀ ਗੱਲ ਕਰੀਏ ਸਟੂਡੈਂਟ ਕਿੱਥੇ ਮਿਲ ਸਕਦੇ? ਸਰ ਸਾਨੂੰ ਤੁਸੀਂ ਜਲੰਧਰ, ਲੁਧਿਆਣਾ, ਅੰਮ੍ਰਿਤਸਰ, ਮੋਗਾ, ਮੋਹਾਲੀ, ਬਠਿੰਡਾ, ਪ੍ਰੈਜ਼ੈਂਟਲੀ ਆਫਿਸ ਹੈ ਪਟਿਆਲਾ, ਸਟਾਰਟ ਹੋ ਚੁੱਕਾ 10 ਤਰੀਕ ਤੋਂ। ਸੋ ਪਟਿਆਲਾ ਆਫਿਸ, ਇਸ ਤੋਂ ਬਾਅਦ ਹਰਿਆਣੇ ਦੇ ਵਿੱਚ ਸਾਡੇ ਕੋਲ ਕਰਨਾਲ ਆਫਿਸ ਹੈ, ਬਹੁਤ ਜਲਦੀ ਉੱਥੇ ਹਿਸਾਰ ਤੇ ਸਿਰਸੇ ਨਵੇਂ ਆਫਿਸ ਆ ਰਹੇ ਨੇ। ਸੋ ਉੱਥੇ ਵੀ ਤੁਸੀਂ ਮਿਲ ਸਕੋਗੇ। ਪੰਜਾਬ ਦੇ ਵਿੱਚ ਗੁਰਦਾਸਪੁਰ, ਹੁਸ਼ਿਆਰਪੁਰ ਦੇ ਵਿੱਚ ਨਵੇਂ ਆਫਿਸ ਆ ਰਹੇ ਨੇ। ਸੋ ਫਿਲਹਾਲ ਜਿਹੜੇ 6-7 ਆਫਿਸ ਨੀਚੇ ਲਿਖੇ ਆ, 8 ਆਫਿਸਿਸ ਇਹਨਾਂ ਦੇ ਵਿੱਚ ਤੁਸੀਂ ਮਿਲ ਸਕਦੇ ਹੋ। ਸੋ ਸਟੂਡੈਂਟਸ ਟ੍ਰੈਂਡ ਬਹੁਤ ਹੀ ਪੋਜ਼ਿਟਿਵ ਹੈ। ਆਉਣ ਵਾਲੇ ਸਾਲਾਂ ਦੇ ਵਿੱਚ ਇੱਕ ਛੋਟਾ ਜਿਹਾ ਪੰਜਾਬ UK 'ਚ ਵੀ ਬਸਦਾ ਦਿਸ ਰਿਹਾ ਵਾ। ਸ਼ੋਅ ਦੇਖਣ ਲਈ ਬਹੁਤ ਬਹੁਤ ਧੰਨਵਾਦ।